Good morning everyone. The last class ਆਪਾਂ ਨੇ डिस्कस ਕੀਤਾ ਸੀ ਫਾਰਮੇਸ਼ਨ ਆਫ ਪੀ ਐਨ ਜੰਕਸ਼ਨ ਡਾਇਓਡ ਤਾਂ ਆਪਾਂ ਨੇ ਥੋੜਾ ਜਿਹਾ ਹੀ ਰਿਪੀਟ ਕਰੂੰਗਾ ਫਿਰ ਅੱਜ ਕੰਟੀਨਿਊਟੀ ਚੱਲੂ ਆਪਣੇ ਕੋਲ ਫਾਰਵਰਡ ਬਾਇਸਿੰਗ ਐਂਡ ਰਿਵਰਸ ਬਾਇਸਿੰਗ ਫਾਰਮੇਸ਼ਨ ਆਫ ਪੀ ਐਨ ਜੰਕਸ਼ਨ ਡਾਇਓਡ ਡਾਇਓਡ ਇੱਕ ਸੈਮੀਕੰਡਕਟਰ ਡਿਵਾਈਸ ਹੈ ਜੋ ਇੱਕ ਡਾਇਰੈਕਸ਼ਨ ਦੇ ਵਿੱਚ ਕਰੰਟ ਨੂੰ ਫਲੋ ਕਰਨਾ ਪਰਮਿਟ ਕਰਦਾ ਹੈ ਤੇ ਦੂਸਰੀ ਡਾਇਰੈਕਸ਼ਨ ਨੂੰ ਪਰਮਿਟ ਨਹੀਂ ਕਰਦਾ ਕਿਸ ਫਾਰਮੂਲੇ ਦੇ ਅਕੋਰਡਿੰਗ ਇਹ ਇੱਕ ਡਾਇਰੈਕਸ਼ਨ ਨੂੰ ਅਲਾਉ ਕਰਦਾ ਤੇ ਕਿਸ ਦੇ ਅਕੋਰਡਿੰਗ ਇਹ ਅਲਾਉ ਨਹੀਂ ਕਰਦਾ ਉਹ ਆਪਾਂ ਡਿਸਕਸ ਕਰਾਂਗੇ ਫਾਰਮੇਸ਼ਨ ਆਫ ਪੀ ਐਨ ਜੰਕਸ਼ਨ ਤੋਂ ਬਾਅਦ ਫਾਰਵਰਡ ਤੇ ਰਿਵਰਸ ਬਾਇਸਿੰਗ ਦੇ ਵਿੱਚ ਤਾਂ ਪੀ ਐਨ ਜੰਕਸ਼ਨ ਦੇ ਵਿੱਚ ਆਪਣੇ ਕੋਲ ਕੀ ਬਣਿਆ ਸੀਗਾ ਜਿਸ ਮੂਵਮੈਂਟ ਤੇ ਆਪਾਂ ਪੀ ਟਾਈਪ ਐਂਡ ਐਨ ਟਾਈਪ ਸੈਮੀਕੰਡਕਟਰ ਨੂੰ ਇੱਕ ਦੂਜੇ ਨਾਲ ਅਟੈਚ ਕਰ ਦਿੰਦੇ ਆ ਠੀਕ ਹੈ ਤਾਂ ਆਪਣੇ ਕੋਲ ਕੀ ਬਣਦਾ ਪੀ ਐਨ ਜੰਕਸ਼ਨ ਬਣ ਜਾਂਦੀ ਹੈ मैथमेटिकल सिंबल ਇਹਦਾ ਕਿਹੜਾ ਹੈਗਾ this is its symbol ਠੀਕ ਹੈ this is p side this is n side ਜੇ ਕਰੰਟ ਐ ਜਾਊਗਾ ਫਿਰ ਤਾਂ ਜਾਊਗਾ ਜੇ ਕਰੰਟ ਐ ਆਪਾਂ ਬੈਟਰੀ ਕਨੈਕਟ ਕਰਾਂਗੇ ਫਿਰ ਕਰੰਟ ਫਲੋ ਨਹੀਂ ਕਰੂਗਾ ਮਤਲਬ ਇੱਕ ਡਾਇਰੈਕਸ਼ਨ ਚੋਂ ਫਲੋ ਕਰ ਰਿਹਾ ਦੂਜੀ ਡਾਇਰੈਕਸ਼ਨ ਚ ਫਲੋ ਨਹੀਂ ਕਰ ਰਿਹਾ ਠੀਕ ਹੈ ਤਾਂ ਆਪਣੇ ਕੋਲ ਇਹ p ਸਾਈਡ ਆ ਗਈ n ਸਾਈਡ ਆ ਗਈ p ਸਾਈਡ ਤੇ ਕੀ ਹੋ ਜਾਊਗਾ ਆਪਣੇ ਕੋਲ ਹੋਲਸ ਹੋ ਜਾਣਗੇ ਧਿਆਨ ਰੱਖਣਾ p ਸਾਈਡ ਤੇ ਹੋਲਸ ਹੁੰਦੇ ਨੇ ਬਟ p ਸਾਈਡ ਤੇ ਨਿਊਟਰਲ ਚਾਰਜ ਹੁੰਦਾ ਕੋਈ ਚਾਰਜ ਨਹੀਂ ਹੁੰਦਾ ਪ੍ਰੋਪਰਟੀਜ਼ ਕਰਾਇਆ ਸੀ n ਸਾਈਡ ਤੇ ਕੀ ਹੋਣਗੇ ਆਪਣੇ ਕੋਲ ਐਕਸਟਰਾ ਇਲੈਕਟ੍ਰੋਨਸ ਹੋਣਗੇ ਬਟ n ਸਾਈਡ ਵੀ ਨਿਊਟਰਲ ਹੋਊਗਾ ਇਨੀਸ਼ੀਅਲੀ ਫਿਰ ਕੀ ਹੋਊਗਾ ਨੀਅਰ ਦ ਜੰਕਸ਼ਨ ਜਿਹੜੇ ਐਕਸਟਰਾ ਇਲੈਕਟ੍ਰੋਨਸ ਹੋਣਗੇ ਉਹ ਕੀ ਕਰਨਗੇ ਆਪਣੇ ਕੋਲ ਉਹ ਮੂਵ ਕਰਨਗੇ ਟੁਵਰਡਸ ਆ ਹੋਲਸ ਕਿਉਂਕਿ ਹੋਲਸ ਤੇ ਕੀ ਹੁੰਦਾ ਆਪਣੇ ਕੋਲ ਪੋਜ਼ਿਟਿਵ ਚਾਰਜ ਹੁੰਦਾ ਤਾਂ ਹੋਲਸ ਵੱਲ ਅਟਰੈਕਟ ਹੋਣਗੇ ਤਾਂ ਜਿਵੇਂ ਉਹ ਹੋਲਸ ਵੱਲ ਅਟਰੈਕਟ ਹੋਣਗੇ ਉਵੇਂ ਉਵੇਂ ਆਪਣੇ ਕੋਲ ਜਿਹੜਾ ਇਲੈਕਟ੍ਰੋਨ ਹੈ ਉਹ n2p ਜਾ ਰਿਹਾ ਤਾਂ ਇਸ ਨੂੰ ਕਹਾਂਗੇ ਇਲੈਕਟ੍ਰੋਨਸ ਆਰ ਡ੍ਰਿਫਟਿੰਗ ਟੁਵਰਡਸ n2p ਜਦੋਂ ਇਲੈਕਟ੍ਰੋਨ n2p ਜਾਊਗਾ ਤਾਂ ਕਰੰਟ ਕਿੱਧਰ ਨੂੰ ਜਾਊਗਾ p2n ਚਲਾ ਜਾਊਗਾ ਕਰੰਟ and this particular current is called diffusion current this particular current we call as diffusion current ਠੀਕ ਹੈ ਹੁਣ ਜਦੋਂ ਕਰੰਟ ਡਿਫਿਊਜ਼ ਕਰੂਗਾ ਫਰੋਮ p to n ਤਾਂ ਜਿਵੇਂ ਜਿਵੇਂ ਆਪਣੇ ਕੋਲ ਜੰਕਸ਼ਨ ਦੇ ਨੇੜੇ ਜਿਹੜੇ ਹੋਲਸ ਹੋਣਗੇ ਫਿਲਿੰਗ ਹੋਣੀ ਸਟਾਰਟ ਹੋ ਜੂਗੀ ਤਾਂ ਉਹਨਾਂ ਤੇ ਕੀ ਆ ਜਾਊਗਾ ਨੈਗੇਟਿਵ ਚਾਰਜ ਆ ਜਾਊਗਾ ਬਿਕੋਜ਼ ਇਨੀਸ਼ੀਅਲੀ ਕੀ ਸੀ ਇਹ ਨਿਊਟਰਲ ਸੀ ਤਾਂ ਇਲੈਕਟ੍ਰੋਨਸ ਕੀ ਕਰ ਰਹੇ ਨੇ ਇੱਥੇ ਹੋਲਸ ਚ ਫਿਲ ਕਰ ਰਹੇ ਨੇ ਤਾਂ ਇਹਨਾਂ ਤੇ ਕੀ ਆ ਜਾਊਗਾ ਨੈਗੇਟਿਵ ਚਾਰਜ ਡਿਵੈਲਪ ਹੋ ਜਾਊਗਾ ਜਦ ਇੱਥੇ ਨੈਗੇਟਿਵ ਚਾਰਜ ਡਿਵੈਲਪ ਹੋ ਜਾਊਗਾ ਤਾਂ ਇਲੈਕਟ੍ਰੋਨ ਜਿੱਥੋਂ ਛੱਡ ਕੇ ਆਏ ਨੇ ਉੱਥੇ ਕੀ ਚਾਰਜ ਡਿਵੈਲਪ ਹੋ ਜਾਊਗਾ ਉੱਥੇ ਪੋਜ਼ਿਟਿਵ ਚਾਰਜ ਡਿਵੈਲਪ ਹੋ ਜਾਊਗਾ ਕਿਉਂਕਿ ਉੱਥੇ ਪਹਿਲਾਂ ਨਿਊਟਰਲ ਸੀ ਹੁਣ ਉੱਥੇ ਕੀ ਹੋਊਗੀ ਇਲੈਕਟ੍ਰੋਨ ਦੀ ਡੈਫੀਸ਼ੀਐਂਸੀ ਹੋਊਗੀ ਜਿਵੇਂ ਆਪਣੇ ਕੋਲ ਨੀਅਰ ਦਾ ਜੰਕਸ਼ਨ p ਸਾਈਡ ਤੇ ਇਸ ਪੋਰਸ਼ਨ ਦੇ ਵਿੱਚ ਠੀਕ ਹੈ ਇਲੈਕਟ੍ਰੋਨ ਦੀ ਡੈਂਸਿਟੀ ਵਧੂਗੀ ਉਹ ਫਰਦਰ ਮੋਸ਼ਨ ਆਫ ਇਲੈਕਟ੍ਰੋਨਸ ਨੂੰ ਅਪੋਜ਼ ਕਰਨਗੇ ਜਦ ਉਹ ਫਰਦਰ ਮੋਸ਼ਨ ਆਫ ਇਲੈਕਟ੍ਰੋਨਸ ਨੂੰ ਅਪੋਜ਼ ਕਰਨਗੇ ਤਾਂ ਆਟੋਮੈਟਿਕਲੀ ਕੀ ਹੋਊਗਾ ਇਲੈਕਟ੍ਰੋਨ ਦਾ ਮੋਸ਼ਨ ਘਟੂਗਾ ਤਾਂ ਡਿਫਿਊਜ਼ਨ ਕਰੰਟ ਡਿਕਰੀਜ਼ ਕਰੂਗਾ ਵਿਦ ਟਾਈਮ ਤਾਂ ਵਿਦ ਪੈਸੇਜ ਆਫ ਟਾਈਮ ਡਿਫਿਊਜ਼ਨ ਕਰੰਟ ਕੀ ਕਰੂਗਾ ਡਿਕਰੀਜ਼ ਕਰੂਗਾ ਕਲੀਅਰ ਸਾਰਿਆਂ ਨੂੰ ਠੀਕ ਹੈ ਹੁਣ ਜਿਵੇਂ ਆਪਣੇ ਕੋਲ ਇਸ ਜਗ੍ਹਾ ਤੇ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਇਕੱਠਾ ਹੋ ਗਿਆ ਐਂਡ ਇੱਕ ਟਾਈਮ ਤੋਂ ਬਾਅਦ ਕੀ ਹੋ ਜਾਊਗਾ ਚਾਰਜ ਜ਼ਿਆਦਾ ਹੋ ਜੂ ਚਾਰਜ ਜ਼ਿਆਦਾ ਹੋ ਜੂ ਤਾਂ ਇੱਥੇ ਇਲੈਕਟ੍ਰਿਕ ਫੀਲਡ ਸੈਟਅਪ ਹੋ ਜੂ ਇਲੈਕਟ੍ਰਿਕ ਫੀਲਡ ਸੈਟਅਪ ਹੋ ਜੂ ਤਾਂ ਉਹ ਫਰਦਰ ਜਿਹੜੇ ਇਲੈਕਟ੍ਰੋਨਸ ਆਣਗੇ ਉਹਨਾਂ ਨੂੰ ਅਪੋਜ਼ ਕਰੂ ਤਾਂ ਉਹਨਾਂ ਦਾ ਫਲੋ ਐ ਚੱਲੂਗਾ ਫਿਰ ਠੀਕ ਹੈ ਤਾਂ ਉਸ ਕੰਡੀਸ਼ਨ ਨੂੰ ਆਪਾਂ ਕਹਾਂਗੇ ਡ੍ਰਿਫਟ ਹੋ ਰਹੇ ਨੇ ਤਾਂ ਇਲੈਕਟ੍ਰੋਨਸ ਡ੍ਰਿਫਟ ਕਰ ਰਹੇ ਨੇ ਫਰੋਮ p to n ਜਿਹੜੇ ਫਿਲ ਨਹੀਂ ਹੋਏ ਹੋਲਸ ਦੇ ਵਿਚਕਾਰ ਤਾਂ ਜਦੋਂ ਇਲੈਕਟ੍ਰੋਨਸ ਡ੍ਰਿਫਟ ਕਰ ਰਹੇ ਨੇ ਤਾਂ ਉਹਨਾਂ ਦੇ ਕਰੰਟ ਜਿਹੜਾ ਹੋਊਗਾ ਉਹ ਕਿੱਥੇ ਜਾਊਗਾ n2p ਜਾਊਗਾ ਤਾਂ ਇਸ ਕਰੰਟ ਨੂੰ ਆਪਾਂ ਕਹਾਂਗੇ ਡ੍ਰਿਫਟ ਕਰੰਟ ਕਹਾਂਗੇ ਤਾਂ this particular current is drift current and with the passage of time ਇਹ ਕੀ ਕਰੂ ਇਨਕਰੀਜ਼ ਕਰੂਗਾ ਠੀਕ ਹੈ ਜਿਸ ਟਾਈਮ ਆਪਣੇ ਕੋਲ ਡਿਫਿਊਜ਼ਨ ਕਰੰਟ ਡ੍ਰਿਫਟ ਕਰੰਟ ਦੇ ਇਕੁਅਲ ਹੋ ਜਾਊਗਾ ਉਸ ਮੂਵਮੈਂਟ ਤੇ ਜਿੰਨੇ ਇਲੈਕਟ੍ਰੋਨਸ n to p ਜਾ ਰਹੇ ਨੇ ਉਨੇ ਹੀ ਇਲੈਕਟ੍ਰੋਨਸ p to n ਮੂਵ ਕਰਨਗੇ ਕਲੀਅਰ ਜਿੰਨੇ ਇਲੈਕਟ੍ਰੋਨ p n to p ਜਾ ਰਹੇ ਨੇ ਉਨੇ ਹੀ p to n ਜਾਣਗੇ ਉਸ ਮੂਵਮੈਂਟ ਤੇ ਆਪਣੇ ਕੋਲ ਆਹ ਵਾਲਾ ਏਰੀਆ ਜਿਹਦੇ ਵਿੱਚ ਆਪਣੇ ਕੋਲ ਹੋਲ ਫਿਲ ਹੋ ਗਏ ਤੇ ਜਿਸ ਏਰੀਆ ਦੇ ਵਿੱਚ ਆਪਣੇ ਕੋਲ ਇਲੈਕਟ੍ਰੋਨਸ ਨਹੀਂ ਹੈ this area is called depletion layer ਤਾਂ ਇਹ depletion layer ਕੀ ਹੋ ਜੂਗੀ ਫਿਕਸ ਹੋ ਜੂਗੀ the depletion layer ਦੀ thickness become fixed ठीक है this depletion layer will act like a battery which is opposing the flow of electron ਤੇ ਇਹ ਕੀ ਕੰਮ ਕਰੂਗੀ ਇੱਕ ਵਰਚੁਅਲ ਬੈਟਰੀ ਦਾ ਕੰਮ ਕਰੂ ਜਿਹੜਾ ਆਪਣੇ ਪੀਐਨ ਜੰਕਸ਼ਨ ਦੇ ਡਾਇਓਡ ਦੇ ਕ੍ਰਾਸ ਲੱਗਿਆ ਹੋਇਆ ਜੋ ਕਿਸੇ ਵੀ ਹੋਰ ਇਲੈਕਟ੍ਰੋਨ ਨੂੰ ਇਸ ਦੇ ਵਿੱਚੋਂ ਫਲੋ ਨਹੀਂ ਕਰਨ ਦਊਗੀ ਠੀਕ ਹੈ ਤਾਂ ਇਸ ਕੰਡੀਸ਼ਨ ਨੂੰ ਕੀ ਕਹਾਂਗੇ ਫਾਰਮੇਸ਼ਨ ਆਫ ਪੀਐਨ ਜੰਕਸ਼ਨ ਡਾਇਓਡ ਇਹਦੇ ਵਿੱਚ ਥਿਊਰੀ ਦੇ ਦੋ ਤਿੰਨ ਲਾਈਨਾਂ ਸੀਗੀਆਂ ਮੈਂਸ਼ਨ ਕਰ ਲਓ ਕੱਲ ਜਿਹੜੀਆਂ ਸੀਗੀਆਂ ਉਹ ਤਾਂ ਲਿਖੀਆਂ ਹੋਈਆਂ ਨੇ ਉਹਦੇ ਨਾਲ ਹੀ ਨੇ ਠੀਕ ਹੈ ਮੈਂ
मतलब दस रहे हैं ਜਿਹੜਾ ਆਪਣੇ ਕੋਲ bookish language है when a p-type semiconductor when a p-type semiconductor crystal is brought into contact with n-type semiconductor crystal, the resulting arrangement ये नोट करना हो ये कल वाला नहीं कल वाले तो एक्स्ट्रा arrangement is called p-n junction diode is called p-n junction ठीक है to make p-n junction ਹੁਣ मेन पॉइंट ये आऊंगा दो तीन लाइनों में to make p-n junction the n-type and p-type crystals the n-type and p-type silicon crystals are cut into thin slices called wafers and if on a wafer of n-type silicon in the wafer of n-type silicon an aluminium film is placed and heated to high temperature around 580 degrees Celsius. Then aluminium diffuses into silicon and p-n junction is formed. p-n junction is formed. ਤਾਂ ਕੀ ਹੋਊਗਾ ਕਿ ਜਿਹੜਾ ਐਲੂਮੀਨੀਅਮ ਹੈ ਉਹ ਐਨ ਟਾਈਪ ਕ੍ਰਿਸਟਲ ਦੇ ਵਿੱਚ ਡਿਫਿਊਜ਼ ਹੋ ਜਾਊਗਾ ਤੇ ਆਪਣੇ ਕੋਲ ਕੀ ਬਣ ਜਾਊਗਾ ਆਪਣੇ ਕੋਲ ਬਣ ਜਾਊਗਾ ਇੱਕ ਪੀਐਨ ਜੰਕਸ਼ਨ ਬਣ ਜਾਊਗਾ ਸਿੰਪਲ ਹੈ ਠੀਕ ਹੈ ਤਾਂ ਕੀ ਹੋਊਗਾ ਦੁਬਾਰਾ ਦੇਖ ਲਓ ਕਿ ਪੀਐਨ ਜੰਕਸ਼ਨ ਕਿਵੇਂ ਬਣਦੀ ਹੈ ਕਿ ਐਨ ਟਾਈਪ ਤੇ ਪੀ ਟਾਈਪ ਕ੍ਰਿਸਟਲ ਨੂੰ ਲਿੱਤਾ ਐਨ ਟਾਈਪ ਕ੍ਰਿਸਟਲ ਦੇ ਉੱਤੇ ਆਪਾਂ ਨੇ ਐਲੂਮੀਨੀਅਮ ਦੀ ਇੱਕ ਫਿਲਮ ਰੱਖਤੀ ਉਸ ਤੋਂ ਬਾਅਦ ਉਸਨੂੰ 580 ਡਿਗਰੀ ਤੇ ਹੀਟ ਕਰਤਾ ਤਾਂ ਜੋ ਆਪਣੇ ਕੋਲ ਰਿਜ਼ਲਟ ਬਣੂਗਾ ਦੈਟ ਰਿਜ਼ਲਟ ਵੀ ਕਾਲ ਐਸ ਪੀਐਨ ਜੰਕਸ਼ਨ ਠੀਕ ਹੈ ਹੁਣ ਆਪਣੇ ਕੋਲ ਡਿਪਲੀਸ਼ਨ ਲੇਅਰ ਦੀ ਡੈਫੀਨੇਸ਼ਨ ਹੋ ਜੂਗੀ अपने को एक और डेफिनेशन हो जाएगी एक डिप्लीशन लेयर की हो जाएगी एक अपने को हो जाएगी पोटेंशियल बैरियर की तो डिप्लीशन लेयर वो लेयर है डायग्राम्स देख लो ਜਦੋਂ p ਸਾਈਡ ਸੈਮੀਕੰਡਕਟਰ ਦੀ ਸਾਈਡ ਤੇ ਸਾਰੇ ਹੋਲਸ ਫਿਲ ਹੋ ਗਏ ਆਹ ਵਾਲੇ p ਸਾਈਡ ਸੈਮੀਕੰਡਕਟਰ ਦੀ ਸਾਈਡ ਹੈ ਜਿੱਥੇ ਹੋਲਸ ਫਿਲ ਹੋ ਚੁੱਕੇ ਨੇ ਆਹ ਵਾਲੇ n ਸਾਈਡ ਹੈ ਜਿੱਥੇ ਕੋਈ ਇਲੈਕਟ੍ਰੋਨ ਨਹੀਂ ਹੈ नो ਇਲੈਕਟ੍ਰੋਨ ਇੱਥੇ ਕੀ ਹੈ नो ਹੋਲਸ ਤਾਂ ਡਿਪਲੀਸ਼ਨ ਲੇਅਰ ਉਹ ਵਾਲਾ ਏਰੀਆ ਜਿੱਥੇ ਕੋਈ ਵੀ ਚਾਰਜ ਕੈਰੀਅਰਸ ਅਵੇਲੇਬਲ ਨਹੀਂ ਹੈ ਮਤਲਬ ਜੇ n ਸਾਈਡ ਸੀ ਉੱਥੇ ਕੋਈ ਇਲੈਕਟ੍ਰੋਨ ਨਹੀਂ ਹੋਣਾ ਜੇ p ਸਾਈਡ ਆ ਉੱਥੇ ਕੋਈ ਵੀ ਹੋਲ ਨਹੀਂ ਹੋਣਾ ਬਿਕੋਜ਼ ਹੋਲਸ ਦੇ ਵਿੱਚ ਇਲੈਕਟ੍ਰੋਨ ਫਿਲ ਹੋ ਜਾਣਗੇ ਠੀਕ ਹੈ ਤਾਂ ਡੈਫੀਨੇਸ਼ਨ ਆਪਣੇ ਕੋਲ ਆ ਜਾਂਦੀ ਹੈ ਡਿਪਲੀਸ਼ਨ ਲੇਅਰ ਤਾਂ ਡਿਪਲੀਸ਼ਨ ਲੇਅਰ ਦੀ ਡੈਫੀਨੇਸ਼ਨ ਕੀ ਆਉਂਦੀ ਹੈ ਆਪਣੇ ਕੋਲ it is the region it is the region around the junction it is the region around junction which does not contain any free electron or hole ਉਸ 'ਚ ਨਾ ਤਾਂ ਇਲੈਕਟ੍ਰੋਨ ਹੋਣਗੇ ਫ੍ਰੀ ਨਾ ਹੀ ਹੋਲ ਹੋਣਗੇ ਠੀਕ ਹੈ it contains only silicon ions it contains
only silicon atom, aluminium ions, और या and phosphorus ions। ਤਾਂ ਇਸ ਕੀ ਹੋਣਗੇ, ਸਿਰਫ ਆਇਨਸ ਹੋਣਗੇ, ਨਾ ਤਾਂ ਇਸ ਚ ਫ੍ਰੀ ਇਲੈਕਟ੍ਰॉन्स ਹੋਣਗੇ ਐਂਡ ਨਾ ਹੀ ਫ੍ਰੀ ਹੋਲਸ ਹੋਣਗੇ। ਜਿੱਥੇ p ਸਾਈਡ ਹੋ ਉੱਥੇ ਹੋਲਸ ਫਿਲ ਹੋ ਚੁੱਕੇ ਨੇ ਡਿਪਲੀਸ਼ਨ ਲੇਅਰ ਦੇ ਵਿੱਚ, ਜਿੱਥੇ n ਸਾਈਡ ਹੈ ਉੱਥੇ ਐਕਸਟਰਾ ਇਲੈਕਟ੍ਰॉन ਜਿਹੜੇ ਹੈ ਉਹ ਆਲਰੇਡੀ ਮੂਵ ਕਰ ਚੁੱਕੇ ਨੇ p ਸਾਈਡ ਤੇ, ਤਾਂ ਆਪਣੇ ਕੋਲ ਕੁਝ ਵੀ ਨਹੀਂ ਰਿਮੇਨਿੰਗ ਰਹਿੰਦਾ। ਠੀਕ ਹੈ, ਹੁਣ ਡਿਪਲੀਸ਼ਨ ਲੇਅਰ ਜਿਹੜੀ ਬੈਰੀਅਰ ਬਣਾ ਰਿਹਾ, ਡਿਪਲੀਸ਼ਨ ਲੇਅਰ ਜਿਹੜਾ ਆਪਾਂ ਅਪੋਜ਼ ਕਰ ਰਿਹਾ ਇਲੈਕਟ੍ਰॉन्स ਦੇ ਫਰਦਰ ਮੋਸ਼ਨ ਨੂੰ, ਉਹ ਬਿਹੇਵ ਕਰ ਰਿਹਾ ਇੱਕ ਬੈਟਰੀ ਜਿਵੇਂ ਕਨੈਕਟ ਕੀਤੀ ਹੁੰਦੀ ਹੈ। ਠੀਕ ਹੈ, ਤਾਂ ਉਹ ਬਿਹੇਵ ਕਰ ਰਿਹਾ ਐਜ਼ ਅ ਪੋਟੈਂਸ਼ੀਅਲ ਬੈਰੀਅਰ ਦੀ ਤਰ੍ਹਾਂ। ਤਾਂ ਪੋਟੈਂਸ਼ੀਅਲ ਬੈਰੀਅਰ ਕੀ ਹੈ, ਇੱਕ ਬੈਟਰੀ ਹੈ ਜੋ ਡਿਪਲੀਸ਼ਨ ਲੇਅਰ ਦੇ ਕ੍ਰਾਸ ਐਜ਼ਿਊਮ ਕਰਦੇ ਆਪਾਂ ਬਣਦੀ ਹੈ, ਜਾਂ ਡਿਪਲੀਸ਼ਨ ਲੇਅਰ ਜਿਸ ਦੇ ਅਕੋਰਡਿੰਗ ਬਿਹੇਵ ਕਰਦੀ ਹੈ, ਐਂਡ ਇਹ ਅਪੋਜ਼ ਕਰਦੀ ਹੈ ਕਿਸੇ ਵੀ ਟਾਈਪ ਦੇ ਇਲੈਕਟ੍ਰॉन्स ਨੂੰ ਮੂਵ ਕਰਨ ਦੇ ਲਈ। ਠੀਕ ਹੈ, ਇੱਕ ਦੀਵਾਰ ਦਾ ਕੰਮ ਕਰਦੀ ਹੈ ਕਾइंड ऑफ। डेफिनेशन देख लो, सिंपल है। जिदा नोट नहीं होया पॉज करके नोट करो, जब तक नोट नहीं करोगे तो खुद ਨੂੰ क्लैरिफाई नहीं होगा। ठीक है, तो अपने को लाजू नेक्स्ट आ जाऊंगा पोटेंशियल बैरियर। द पोटेंशियल बैरियर की है द पोटेंशियल डिफरेंस the potential difference which is developed across the depletion layer, which is developed across the depletion layer and opposes the flow of electrons from n side to p side। ਤਾਂ ਕੀ ਕਰਦਾ, ਅਪੋਜ਼ ਕਰਦਾ flow of electrons from n side to p side। ਤਾਂ ਆਪਣੇ ਕੋਲ potential barrier ਸਿਲੀਕਨ ਵਾਸਤੇ ਕਿੰਨਾ ਹੁੰਦਾ, ਠੀਕ ਹੈ। ਤਾਂ potential जिन्नी ज़्यादा डिप्लीशन लेयर होगी उतना पोटेंशियल बैरियर होगा। पोटेंशियल बैरियर फॉर सिलिकॉन इट इज़ 0.7 वोल्ट ते जर्मेनियम वास्ते इट इज़ 0.3 वोल्ट। अगेन अपने को जिन्ना ज़्यादा पोटेंशियल बैरियर होगा उतना उस चीज़ का एप्लीकेशन होगी। ठीक है, तो सिलिकॉन का वास्ते की अपने को 0.7 है, दैट इज़ मोर देन 0.3। ਤਾਂ ਜਰਮੇਨੀਅਮ ਦੀ ਜਗ੍ਹਾ ਤੇ ਆਪਾਂ ਪ੍ਰੈਫਰੇਬਲੀ ਸਿਲੀਕੋਨ ਨੂੰ ਯੂਜ਼ ਕਰਨਾ ਪ੍ਰੈਫਰ ਕਰਾਂਗੇ, ਔਰ ਜਿੰਨਾ ਪੋਟੈਂਸ਼ੀਅਲ ਬੈਰੀਅਰ ਜ਼ਿਆਦਾ ਹੋਊਗਾ, ਠੀਕ ਹੈ, ਉਨਾ ਜ਼ਿਆਦਾ ਉਹ ਕੰਟਰੋਲ ਕਰ ਸਕਦਾ ਹੈ ਫਲੋ ਆਫ ਕਰੰਟ ਨੂੰ। ਠੀਕ ਹੈ, ਹੁਣ ਮੈਂ ਰਾਈਟ ਸਾਈਡ ਵਾਲਾ ਜੋ ਲਿਖਿਆ ਸੀ ਫਾਰਮੇਸ਼ਨ ਆਫ ਪੀਐਨ ਜੰਕਸ਼ਨ ਵਾਲਾ, ਉਹ ਇੱਥੋਂ ਗਾਇਬ ਕਰ ਰਿਹਾ। ਐਂਡ ਅਗੇਨ ਜਿਸ ਦਾ ਨੋਟ ਕਰਨਾ ਪੈਂਡਿੰਗ ਹੈ, ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਸਕਦੇ ਹੋ, ਬਟ ਨੋਟ ਕਰ ਲਓ। ਤੇ ਡਿਪਲੀਸ਼ਨ ਲੇਅਰ ਦੀ ਹੋ ਗਈ, ਪੋਟੈਂਸ਼ੀਅਲ ਬੈਰੀਅਰ ਹੋ ਗਿਆ, ਡਿਪਲੀਸ਼ਨ ਲੇਅਰ ਤੁਸੀਂ ਹੋਪ ਸੋ ਨੋਟ ਕਰ ਲਿਆ ਹੋਊਗਾ। फिर अपने को आ जाता है फॉरवर्ड बायसिंग ते रिवर्स बायसिंग। फॉरवर्ड बायसिंग होता है जिस करंट कंडक्ट करूँगा। ठीक है, देख लो हेडिंग वी है बायसिंग ऑफ पीएन जंक्शन डायोड। Biasing of PN junction diode, it is of two types.
फर्स्ट आजू फॉरवर्ड बायसिंग, सेकंड हो जू रिवर्स बायसिंग। फॉरवर्ड बायसिंग करंट कंडक्ट करूगा, रिवर्स कंडक्ट नहीं करूगा। फॉरवर्ड्स की करांगे ਆਪਾਂ करंट ਨੂੰ ਐਵੇਂ ਫਲੋ ਕਰਾਵਾਂਗੇ P2 ਹੈ। ਰਿਵਰਸ ਕੀ ਕਰਾਂਗੇ ਆਪਾਂ ਪੁੱਠਾ ਟਰਾਈ ਕਰਾਂਗੇ ਕਰੰਟ ਨੂੰ ਫਲੋ ਕਰਾਉਣਾ ਜਿਹੜਾ ਕਰੰਟ ਫਲੋ ਨਹੀਂ ਕਰੂਗਾ। ਤਾਂ ਫੋਰਵਰਡ ਦੇ ਵਿੱਚ ਫਲੋ ਕਰੂਗਾ, ਰਿਵਰਸ ਦੇ ਵਿੱਚ ਫਲੋ ਨਹੀਂ ਕਰੂਗਾ। ਇਸ ਨੂੰ ਆਪਾਂ ਡਿਟੇਲ 'ਚ ਡਿਸਕਸ ਕਰਨਾ ਹੈ, ਠੀਕ ਹੈ, ਇਸ ਟੌਪਿਕ ਦੇ ਵਿੱਚ। ਐਂਡ ਥਿਊਰੀ ਲਿਖੀ ਚਲੋ। ਪਹਿਲਾਂ ਆਪਾਂ ਫੋਰਵਰਡ ਬਾਇਸਿੰਗ ਡਿਸਕਸ ਕਰਾਂਗੇ, ਦੈਨ ਵੀ ਵਿਲ ਡਿਸਕਸ ਅਬਾਊਟ ਦਾ ਰਿਵਰਸ ਬਾਇਸਿੰਗ। ਸਿੰਪਲ ਹੈ। ਫੋਰਵਰਡ ਬਾਇਸਿੰਗ ਦੇ ਵਿੱਚ ਆਪਾਂ ਨੇ ਆਪਾਂ ਨੇ ਕੀ ਕਰਨਾ, ਬੈਟਰੀ ਕਨੈਕਟ ਕਰਨੀ ਹੈ। ਐਕਸਟਰਨਲ ਬੈਟਰੀ ਕਨੈਕਟ ਕਰਾਂਗੇ, ਠੀਕ ਹੈ। ਐਕਸਟਰਨਲ ਬੈਟਰੀ ਕਨੈਕਟ ਕਰਾਂਗੇ PN ਜੰਕਸ਼ਨ ਦੇ ਨਾਲ। ਜਿਸ ਕੇਸ ਦੇ ਵਿੱਚ ਬੈਟਰੀ ਜੋ ਹੈ ਡਿਪਲੀਸ਼ਨ ਲੇਅਰ ਨੂੰ ਖਤਮ ਕਰ ਦੂ, ਉਸ ਕੇਸ ਦੇ ਵਿੱਚ ਤਾਂ ਇਹ ਕੰਡਕਟ ਕਰੂ, ਠੀਕ ਹੈ। ਜਿਸ ਕੇਸ ਦੇ ਵਿੱਚ ਬੈਟਰੀ ਜੋ ਹੈ ਐਕਸਟਰਨਲ ਬੈਟਰੀ PN ਜੰਕਸ਼ਨ ਨੂੰ ਖਤਮ ਨਹੀਂ ਕਰੂਗੀ, ਵਧਾ ਦੂਗੀ ਡਿਪਲੀਸ਼ਨ ਲੇਅਰ ਨੂੰ, ਉਸ ਕੇਸ 'ਚ ਰਿਵਰਸ ਬਾਇਸਿੰਗ ਹੈ, ਠੀਕ ਹੈ। ਤਾਂ ਸਭ ਤੋਂ ਪਹਿਲੀ ਹੈਡਿੰਗ ਆ ਜਾਓ ਆਪਣੇ ਕੋਲ ਫੋਰਵਰਡ ਬਾਇਸਿੰਗ। ਫਸਟ ਹੈਡਿੰਗ ਵੀ ਹੈ ਫੋਰਵਰਡ ਬਾਇਸਿੰਗ। ਤੇ ਇਸ ਕਿਵੇਂ ਕਰਾਂਗੇ ਆਪਾਂ, ਇਸ 'ਚ ਕੀ ਕਰਨਾ ਧਿਆਨ ਨਾਲ ਦੇਖੋ। ਆਪਣੇ ਕੋਲ ਆ PN ਜੰਕਸ਼ਨ ਹੈ, ਆ ਸਿੰਬਲ ਹੈ ਇਹਦਾ, ਠੀਕ ਹੈ। ਆਪਾਂ ਨੇ P ਹੁੰਦਾ ਪੋਜ਼ਿਟਿਵ, P ਨੂੰ ਪੋਜ਼ਿਟਿਵ ਟਰਮ ਨਾਲ ਅਟੈਚ ਕਰ ਦਾਂਗੇ, N ਨੂੰ ਨੈਗੇਟਿਵ ਨਾਲ ਕਰ ਦਾਂਗੇ ਆਫ ਬੈਟਰੀ ਵੋਲਟੇਜ E, EMF E। ਤਾਂ ਇਸ ਕੇਸ ਦੇ ਵਿੱਚ ਕੀ ਹੈ, ਕਰੰਟ ਫਲੋ ਕਰੂਗਾ। ਤਾਂ ਦਿਸ ਇਜ਼ ਕੇਸ ਆਫ ਫੋਰਵਰਡ ਬਾਇਸਿੰਗ। ਡਾਇਗਰਾਮ ਕਿਵੇਂ ਡਰਾ ਕਰਨੀ ਹੈ, ਡਾਇਗਰਾਮ ਇਹਦੀ ਆ ਵਾਲੀ ਹੈ। ਡਾਇਗਰਾਮ ਵੀ ਲੈਂਥੀ ਬਣਾਉਣੀ ਜ਼ਰੂਰਤ ਨਹੀਂ, ਛੋਟੀ ਡਾਇਗਰਾਮ ਬਹੁਤ ਹੈ। ਤਾਂ ਆਪਣੇ ਕੋਲ ਕੀ ਹੈ, PN ਜੰਕਸ਼ਨ ਹੈ ਆ ਵਾਲੀ, this is P, this is N। ਤੇ ਇਹ ਆਪਣੇ ਕੋਲ ਪੋਟੈਂਸ਼ੀਅਲ ਬੈਰੀਅਰ ਹੈ। ਤਾਂ ਆਪਾਂ ਨੇ P ਨੂੰ ਅਟੈਚ ਕਰਨਾ ਹੈ ਪੋਜ਼ਿਟਿਵ ਟਰਮੀਨਲ ਨਾਲ, N ਨੂੰ ਅਟੈਚ ਕਰਨਾ ਹੈ ਨੈਗੇਟਿਵ ਟਰਮੀਨਲ ਨਾਲ, ਠੀਕ ਹੈ। ਤਾਂ ਕਰੰਟ ਫਲੋ ਕਰ ਜੂਗਾ। ਕਿਵੇਂ ਫਲੋ ਕਰੂਗਾ ਆਪਾਂ ਡਿਸਕਸ ਕਰਾਂਗੇ। ਪੋਜ਼ਿਟਿਵ ਦੇ ਵਿੱਚ P ਦੇ ਵਿੱਚ ਕੀ ਹੁੰਦੇ ਨੇ, ਹੋਲਸ, ਤੇ N ਸਾਈਡ ਤੇ ਕੀ ਹੁੰਦੇ ਨੇ ਆਪਣੇ ਕੋਲ, ਇਲੈਕਟ੍ਰੋਨਸ। these are free electrons and these are holes। ਆਪਣੇ ਕੋਲ ਆ ਕੀ ਹੋ ਜਾਂਦੀ ਹੈ, ਡਿਪਲੀਸ਼ਨ ਲੇਅਰ। ਤੇ ਇੱਥੇ ਕੀ ਹੈ, ਪੋਜ਼ਿਟਿਵ। ਡਾਇਗਰਾਮ ਨਾਲ ਨਾਲ ਡਰਾ ਕਰ ਲਓ। ਇੱਥੇ ਉਹਦਾ ਨੈਗੇਟਿਵ, ਬਹੁਤ ਸਿੰਪਲ ਹੈ। ਇਸ ਦੇ ਵਿੱਚ ਕੀ ਕਰੂਗਾ ਕਿ ਜਿਹੜਾ ਆਪਣੇ ਕੋਲ ਐਕਸਟਰਨਲ ਬੈਟਰੀ ਲਗਾਈ ਹੈ, ਇਹ ਕੀ ਹੈ ਦੇਖੋ ਧਿਆਨ ਨਾਲ। ਐਕਸਟਰਨਲ ਬੈਟਰੀ ਦਾ ਪੋਜ਼ਿਟਿਵ ਜੋ ਹੈ ਉਹ P ਨਾਲ ਕਨੈਕਟਡ ਹੈ, ਜੋ ਐਕਸਟਰਨਲ ਬੈਟਰੀ ਦਾ ਨੈਗੇਟਿਵ ਟਰਮੀਨਲ ਹੈ ਉਹ N ਨਾਲ ਕਨੈਕਟਡ ਹੈ। ਹੁਣ ਲੌਜੀਕਲੀ ਕੀ ਕੀਤਾ ਜਾਊਗਾ ਕਿ ਜਿਹੜੀ ਪੋਜ਼ਿਟਿਵ ਬੈਟਰੀ ਹੈ, ਬੈਟਰੀ ਕੀ ਕਰੂਗੀ, ਇਹ ਹੋਲਸ ਨੂੰ ਪੁਸ਼ ਕਰੂਗੀ ਟੁਵਰਡਸ ਦਾ ਜੰਕਸ਼ਨ। ਆ ਪੋਜ਼ਿਟਿਵ ਹੈ, ਪੋਜ਼ਿਟਿਵ ਨੂੰ ਰਿਪੈਲ ਕਰੂਗਾ ਟੁਵਰਡਸ ਦਾ ਜੰਕਸ਼ਨ। ਆ ਨੈਗੇਟਿਵ ਟਰਮੀਨਲ ਹੈ, ਨੈਗੇਟਿਵ ਟਰਮੀਨਲ ਇਲੈਕਟ੍ਰੋਨਸ ਨੂੰ ਪੁਸ਼ ਕਰੂਗਾ ਟੁਵਰਡਸ ਦਾ ਜੰਕਸ਼ਨ। ਜਦੋਂ ਇਲੈਕਟ੍ਰੋਨਸ ਤੇ ਹੋਲਸ ਜੰਕਸ਼ਨ ਦੇ ਟੁਵਰਡਸ ਪੁਸ਼ ਹੋਣਗੇ ਤਾਂ ਡਿਪਲੀਸ਼ਨ ਲੇਅਰ ਖਤਮ ਹੋ ਜੂਗੀ। ਜਦੋਂ ਡਿਪਲੀਸ਼ਨ ਲੇਅਰ ਖਤਮ ਹੋ ਜੂਗੀ ਤਾਂ ਇਸ ਪੂਰੇ ਸਰਕਟ ਦੇ ਵਿੱਚੋਂ ਕਰੰਟ ਫਲੋ ਹੋਣਾ ਸਟਾਰਟ ਹੋ ਜੂਗਾ। ਸਿੰਪਲ, ਖਤਮ, ਠੀਕ ਹੈ। ਇੰਨੀ ਜੀ ਦੀ ਥਿਊਰੀ ਹੈ। ਥਿਊਰੀ ਲਿਖਾ ਕੇ ਦਊਂਗਾ, ਇਹੋ ਜਿਹੀ ਗੱਲ ਨਹੀਂ ਹੈ, ਠੀਕ ਹੈ। ਪੁਆਇੰਟਸ ਵਾਈਜ਼ ਨੋਟ ਕਰਾਂਗੇ, ਜਲਦੀ ਯਾਦ ਰਹਿ ਜਾਂਦਾ, ਈਜ਼ੀ ਹੋ ਜਾਂਦਾ, ਠੀਕ ਹੈ। ਇਸ 'ਚ ਮੇਜੋਰਿਟੀ ਮਿਨੋਰਿਟੀ ਚਾਰਜ ਕੈਰੀਜ਼ ਤੇ ਧਿਆਨ ਰੱਖਣਾ ਹੈਗਾ। ਹੁਣ ਆਪਣੇ ਕੋਲ P ਸਾਈਡ ਤੇ ਧਿਆਨ ਸਮਝੋ। ਚਲੋ ਸਟੈਪ ਬਾय ਸਟੈਪ ਲਿਖ ਲੈਂਦੇ ਹਾਂ। ਨੋਟ ਕਰ ਲਓ ਪਹਿਲਾਂ ਇਸ ਨੂੰ, ਡਾਇਗਰਾਮ ਨੂੰ, ਠੀਕ ਹੈ। ਫਿਰ ਆਪਾਂ ਸਟੈਪ ਬਾय ਸਟੈਪ ਨੋਟ ਕਰੀਏ। ਤਾਂ ਆਪਣੇ ਕੋਲ ਵਰਕਿੰਗ 'ਚ ਕੀ ਆ ਜਾਊਗਾ, ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ, P ਸਾਈਡ ਇਜ਼ ਕਨੈਕਟਡ ਟੂ, P ਸਾਈਡ ਨੂੰ ਕਿਸ ਨਾਲ ਕਨੈਕਟ ਕੀਤਾ, positive terminal, and N side is connected to negative terminal of external battery। ठीक है। तो P साइड ਨੂੰ ਕੀ ਕਰਤਾ ਆਪਾਂ ਨੇ, ਐਕਸਟਰਨਲ ਬੈਟਰੀ ਦੇ ਪੋਜ਼ਿਟਿਵ ਨਾਲ ਅਟੈਚ ਕਰਤਾ। N ਸਾਈਡ ਨੂੰ ਕੀ ਕਰਤਾ ਆਪਾਂ ਨੇ, ਐਕਸਟਰਨਲ ਬੈਟਰੀ ਦੇ ਨੈਗੇਟਿਵ ਨਾਲ ਅਟੈਚ ਕਰਤਾ। ਫਿਰ ਹੁਣ ਜਦੋਂ ਆਪਾਂ ਨੇ P ਸਾਈਡ ਨੂੰ ਅਟੈਚ ਕੀਤਾ ਪੋਜ਼ਿਟਿਵ ਨਾਲ, ਤਾਂ P ਸਾਈਡ ਦੇ ਵਿੱਚ ਮੈਜੋਰਿਟੀ ਚਾਰਜ ਕੈਰੀਜ਼ ਕੀ ਹੈ, ਹੋਲਸ ਹੈ। ਤੇ N ਸਾਈਡ ਤੇ ਕੀ ਹੈ ਆਪਣੇ ਕੋਲ, ਇਲੈਕਟ੍ਰੋਨਸ ਹੈ। ਉਹ ਕੀ ਕਰਨਗੇ, ਉਹਨਾਂ ਦੇ ਬੈਟਰੀ ਟਰਮੀਨਲਸ ਉਹਨਾਂ ਨੂੰ ਰਿਪੈਲ ਕਰਨਗੇ। ਤਾਂ ਆਪਾਂ ਲਿਖਾਂਗੇ ਇਨ P ਸਾਈਡ, ਹੁਣ ਲੈਂਥੀ ਪੁਆਇੰਟ ਆਣਗੇ, P ਸਾਈਡ ਮੈਜੋਰਿਟੀ ਚਾਰਜ ਕੈਰੀਅਰਸ ਕਿਹੜੇ ਨੇ, ਹੋਲਸ।
are holes which are the holes ਨੇ holes ਤੇ positive charge ਲੈਂਦੇ ਆ ਤਾਂ positive ਨਾਲ attach ਕੀਤਾ battery ਦੇ which are repelled by positive terminal of battery, external battery towards the junction. ठीक है, and in inside majority ਕਿਹੜੇ ਨੇ free electrons ਉਹ ਵੀ ਕੀ ਹੋਣਗੇ repel ਹੋਣਗੇ in inside free electrons are repelled by negative terminal of external battery towards the junction. ਹੁਣ ਜਦੋਂ majority charge carriers junction ਨੂੰ cross ਕਰ ਜਾਣਗੇ ਠੀਕ ਹੈ ਜਦੋਂ majority charge carriers junction ਨੂੰ cross ਕਰ ਜਾਣਗੇ ਉਸ moment ਤੇ depletion layer ਖਤਮ ਹੋ ਜਾਊਗੀ now as the majority charge carriers cross the junction ਜਿਵੇਂ ਹੀ majority charge carriers junction cross ਕਰਨਗੇ depletion layer vanish ਹੋ ਜਾਊਗੀ junction the size of depletion layer decreases the size of depletion layer decreases and finally it vanishes जब वैनिश ही कर गई डिप्लीशन लेयर ਤਾਂ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੋਊਗੀ ਠੀਕ ਹੈ ਉਸ ਨੂੰ ਫਲੋ ਕਰਨ ਵਾਸਤੇ ਤੇ ਇਸ ਕੀ ਹੋਊਗਾ ਕਿ ਜਿਹੜਾ ਕਰੰਟ ਹੋਊਗਾ ਐਕਸਟਰਨਲ ਬੈਟਰੀ ਦਾ ਅਪੋਜ਼ ਕਰੂਗਾ ਪੋਟੈਂਸ਼ੀਅਲ ਬੈਰੀਅਰ ਨੂੰ ਤਾਂ ਫੋਰਥ ਪੁਆਇੰਟ ਬਣਾ ਕੇ ਲਿਖ ਲੈਂਦੇ ਆ ਹੇਅਰ external battery opposes the potential barrier वो potential barrier ਨੂੰ oppose ਕਰੂ and hence it conducts जब पोटेंशियल बैरियर ਨੂੰ ਖਤਮ ਹੀ ਕਰ ਦੋ ਐਕਸਟਰਨਲ ਬੈਟਰੀ ਤਾਂ ਕੀ ਕਰਨ ਲੱਗ ਜਾਊਗਾ ਕੰਡਕਸ਼ਨ ਸਟਾਰਟ ਹੋ ਜਾਊਗੀ ਠੀਕ ਹੈ ਹੁਣ ਕੰਡਕਸ਼ਨ ਹੋਊਗੀ ਕਿਸ ਬਿਹਾਫ ਤੇ ਕਰੰਟ ਦੀ ਡਾਇਰੈਕਸ਼ਨ ਕੀ ਹੋਊਗੀ ਨੈਕਸਟ ਪੁਆਇੰਟ ਜੋ ਡਿਸਕਸ ਕਰਨਾ ਆਪਾਂ ਨੇ ਹੁਣ ਪਹਿਲਾਂ ਚਲੋ ਸਮਝ ਲਓ ਲੈਟਸ ਸੇ ਆਪਣੇ ਕੋਲ ਇੱਕ n ਟਾਈਪ ਤੋਂ ਠੀਕ ਹੈ ਇੱਕ n ਟਾਈਪ ਤੋਂ ਇਲੈਕਟ੍ਰੋਨ ਜਿਹੜਾ ਹੈਗਾ ਉਹ ਕਿੱਥੇ ਆ ਗਿਆ ਉਹ ਆਪਣੇ p ਸਾਈਡ ਤੇ ਆ ਗਿਆ ਜਦੋਂ p ਸਾਈਡ ਤੇ ਇਲੈਕਟ੍ਰੋਨ ਆਇਆ ਤਾਂ ਉਹ ਕਿੱਥੇ ਫਿਲ ਹੋ ਗਿਆ ਹੋਲ ਦੇ ਵਿੱਚ ਫਿਲ ਹੋ ਕੇ ਉਸਨੇ ਕੀ ਬਣਾਤਾ ਕੋਵਲੈਂਟ ਬੌਂਡ ਬਣਾਤਾ ਹੁਣ ਜਦੋਂ ਇੱਕ ਕੋਵਲੈਂਟ ਬੌਂਡ p ਸਾਈਡ ਤੇ ਬਣੂਗਾ ਤਾਂ ਉਸੇ ਟਾਈਮ ਸਾਈਮਲਟੇਨੀਅਸਲੀ p ਸਾਈਡ ਤੇ ਇੱਕ ਹੋਰ ਕੋਵਲੈਂਟ ਬੌਂਡ ਟੁੱਟੂਗਾ ਉਸ ਕੋਵਲੈਂਟ ਬੌਂਡ ਦੇ ਵਿੱਚੋਂ ਇੱਕ ਆਪਾਂ ਨੂੰ ਮਿਲੂ ਇਲੈਕਟ੍ਰੋਨ ਇੱਕ ਮਿਲੂ ਹੋਲ ਤਾਂ ਉੱਥੇ ਹੀ ਰਹਿ ਜਾਊਗਾ ਕਿਉਂਕਿ ਹੋਲ ਦਾ ਮੋਸ਼ਨ ਆਪਾਂ ਨੈਗਲੀਜੀਬਲ ਲੈਂਦੇ ਆ ਬਟ ਇਲੈਕਟ੍ਰੋਨ ਕੀ ਕਰੂਗਾ ਇਲੈਕਟ੍ਰੋਨ ਜਾਊਗਾ ਐਕਸਟਰਨਲ ਸਰਕਟ ਦੇ ਵਿੱਚ ਇਲੈਕਟ੍ਰੋਨ ਕੀ ਕਰੂਗਾ ਉਹ ਅਟਰੈਕਟ ਹੋਊਗਾ ਟੁਵਰਡਸ ਅ ਪੋਜ਼ਿਟਿਵ ਟਰਮੀਨਲ ਆਫ ਦਾ ਬੈਟਰੀ ਜਦੋਂ ਉਹ ਪੋਜ਼ਿਟਿਵ ਟਰਮੀਨਲ ਵੱਲ ਅਟਰੈਕਟ ਹੋਊਗਾ ਤਾਂ ਉਹ ਪੋਜ਼ਿਟਿਵ ਟਰਮੀਨਲ ਚੋਂ ਕ੍ਰਾਸ ਹੁੰਦੇ ਹੁੰਦੇ ਨੈਗੇਟਿਵ ਚ ਜਾਊਗਾ ਨੈਗੇਟਿਵ ਇਲੈਕਟ੍ਰੋਨਸ ਨੂੰ ਪੁਸ਼ ਕਰੂਗਾ ਉਹ ਵਾਪਸ ਚਲਾ ਜਾਊਗਾ ਕਿੱਥੇ n ਸਾਈਡ ਤੇ ਮਤਲਬ n ਸਾਈਡ ਤੋਂ ਆਪਣਾ ਇਲੈਕਟ੍ਰੋਨ ਨਿਕਲਿਆ ਸੀਗਾ ਤੇ ਵਾਪਸ n ਸਾਈਡ ਤੇ ਆ ਗਿਆ ਬਟ ਆਇਆ ਕਿਹੜੀ ਡਾਇਰੈਕਸ਼ਨ ਦੇ ਵਿੱਚ ਐਂਟੀ ਕਲੌਕਵਾਈਜ਼ ਹੁਣ ਜੇ ਆਪਣੇ ਕੋਲ ਇਲੈਕਟ੍ਰੋਨ ਐਂਟੀ ਕਲੌਕਵਾਈਜ਼ ਮੂਵ ਕੀਤਾ ਸਰਕਟ ਦੇ ਵਿੱਚ ਤਾਂ ਕਰੰਟ ਮੂਵ ਕਰ ਜਾਊਗਾ ਕਲੌਕਵਾਈਜ਼ ਠੀਕ ਹੈ ਦੁਬਾਰਾ ਸੁਣ ਲਓ ਕਿ ਜਦੋਂ ਆਪਾਂ ਨੇ n ਸਾਈਡ potential barrier cross ਹੋ ਗਿਆ ਠੀਕ ਹੈ ਤਾਂ n ਸਾਈਡ ਤੋਂ ਇੱਕ ਇਲੈਕਟ੍ਰੋਨ ਨਿਕਲਿਆ ਜੋ p ਸਾਈਡ ਤੇ ਹੋਲ ਦੇ ਵਿੱਚ ਐਂਟਰ ਕੀਤੀ ਜਦੋਂ ਉਸਨੇ p ਸਾਈਡ ਦੇ ਹੋਲ ਦੇ ਵਿੱਚ ਐਂਟਰ ਕੀਤੀ ਤਾਂ ਉਸਨੇ ਇੱਕ ਕੋਵਲੈਂਟ ਬੌਂਡ ਬਣਾ ਲਿਆ ਜਦੋਂ ਉਸਨੇ p ਸਾਈਡ ਤੇ ਇੱਕ ਕੋਵਲੈਂਟ ਬੌਂਡ ਬਣਾਇਆ ਤਾਂ ਸਾਈਮਲਟੇਨੀਅਸਲੀ p ਸਾਈਡ ਤੇ ਇੱਕ ਕੋਵਲੈਂਟ ਬੌਂਡ ਟੁੱਟ ਜੂ ਜਦੋਂ ਕੋਵਲੈਂਟ ਬੌਂਡ ਟੁੱਟੂਗਾ ਤਾਂ ਉਹਦੇ ਚ ਇੱਕ ਹੋਲ ਨਿਕਲੂ ਇੱਕ ਨਿਕਲੂਗਾ ਇਲੈਕਟ੍ਰੋਨ
ਹੋਲ ਆਪਣਾ p ਸਾਈਡ ਤੇ ਰਹਿ ਜਾਊਗਾ, ਬਟ ਇਲੈਕਟ੍ਰੋਨ ਕੀ ਕਰੂਗਾ, ਉਹ ਪੋਜ਼ਿਟਿਵ ਟਰਮੀਨਲ ਆਫ ਐਕਸਟਰਨਲ ਬੈਟਰੀ ਵੱਲ ਅਟਰੈਕਟ ਹੋਊਗਾ। ਤਾਂ ਉਹ ਪੋਜ਼ਿਟਿਵ ਟਰਮੀਨਲ ਵੱਲ ਗਿਆ, ਉਹ ਫਿਰ ਨੈਗੇਟਿਵ ਨੂੰ ਕ੍ਰੋਸ ਕਰੂਗਾ, ਫਿਰ ਉਹ ਵਾਪਸ ਜਾ ਕੇ ਕਿਤੇ ਐਂਟਰ ਕਰ ਜਾਊਗਾ ਐਨ ਸਾਈਡ ਤੇ। ਤਾਂ ਐਕਸਟਰਨਲ ਸਰਕਿਟ ਦੇ ਵਿੱਚ ਇਲੈਕਟ੍ਰੋਨ ਜੋ ਹੈ ਐਂਟੀ ਕਲੋਕਵਾਈਜ਼ ਰੋਟੇਟ ਕਰ ਰਿਹਾ, ਜਿਸ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਰੰਟ ਕਿੱਥੇ ਰੋਟੇਟ ਕਰ ਰਿਹਾ ਐਕਸਟਰਨਲ ਸਰਕਿਟ ਦੇ ਵਿੱਚ ਕਲੋਕਵਾਈਜ਼। ਸਿੰਪਲ। ਤੇ ਫਿਫਥ ਪੁਆਇੰਟ ਬਣ ਜਾਊਗਾ ਜਿਸ ਦੇ ਵਿੱਚ ਆਪਾਂ ਫਲੋ ਨੂੰ ਡਿਸਕਸ ਕਰਾਂਗੇ। तो देख लो की है। नाउ सपोज पॉइंट्स बना के लिखोगे, याद रखना सौखा हो जाता है। सपोज एन इलेक्ट्रॉन comes from n type and enters into p type. It forms a covalent bond by filling a hole. The hole which fill होके covalent bond बना लो। Simultaneously a covalent bond is broken. Simultaneously a covalent bond is broken in p type, which results into an electron and a hole. Hole remain in p type। होल तक कितने रह जाऊगा, p साइड से रह जाऊगा, बट इलेक्ट्रॉन की करूंगा एक्सटर्नल सर्किट्स वाल अट्रैक्ट होगा। p side p type p side equivalent in p side, but electron is attracted towards positive terminal of external battery। तो इलेक्ट्रॉन क्या होगा, अट्रैक्ट होगा towards the positive terminal external battery, passes to the negative, passes through the battery तो पास करूंगा, and then moves to n type from the wire। the external wire जो पास ਹੁੰਦਾ है n side ਤੇ enter कर चुका। as the electron rotates in anti-clockwise direction, as the electron rotates in anti-clockwise direction, current flows in clockwise direction। ठीक है। ਤਾਂ ਫੋਰਵਰਡ ਬਾਇਸਿੰਗ ਦੇ ਵਿੱਚ ਐਕਸਟਰਨਲ ਬੈਟਰੀ ਅਪੋਜ਼ ਕਰੂਗੀ ਪੋਟੈਂਸ਼ੀਅਲ ਬੈਰੀਅਰ ਨੂੰ। ਜਦੋਂ ਉਹ ਪੋਟੈਂਸ਼ੀਅਲ ਬੈਰੀਅਰ ਨੂੰ ਅਪੋਜ਼ ਕਰੂ ਤਾਂ ਪੋਟੈਂਸ਼ੀਅਲ ਬੈਰੀਅਰ ਖਤਮ ਹੋ ਜਾਊ। 0.7 ਵੋਲਟ ਤੇ 0.3 ਵੋਲਟ ਦੀ ਪੋਟੈਂਸ਼ੀਅਲ ਬੈਰੀਅਰ ਹੋਊਗਾ। ਜਦੋਂ ਪੋਟੈਂਸ਼ੀਅਲ ਬੈਰੀਅਰ ਖਤਮ ਹੋ ਜਾਊਗਾ ਤਾਂ ਉਸ ਮੂਵਮੈਂਟ ਤੇ ਜਿਹੜਾ ਕਰੰਟ ਹੋਊਗਾ ਉਹ ਫਲੋ ਕਰਨਾ ਸਟਾਰਟ ਕਰ ਦੂਗਾ। ਤਾਂ ਉਸਨੂੰ ਅੰਡਰਸਟੈਂਡ ਕਰਨ ਵਾਸਤੇ ਆਪਾਂ ਨੇ ਕਿ ਇਲੈਕਟ੍ਰੋਨ ਅਸਿਊਮ ਕੀਤਾ ਜੋ ਮੂਵ ਕਿੱਥੇ ਕਰ ਰਿਹਾ ਆਪਣੇ ਕੋਲ, जो इलेक्ट्रॉन है वो मूव कर रहा है फ्रॉम n टू p एंड पॉजिटिव टू नेगेटिव, मतलब एंटी क्लॉकवाइज डायरेक्शन च मूव कर रहा है। ते आपां कित्थे मूव कराना इसनू, आपां ने मूव कराना इसनू करंट नू क्लॉकवाइज। क्लियर सारे नू।
फिर अपने को आ जाएगा फॉरवर्ड बाइसिंग तो बाद आऊगा अपने को रिवर्स बाइसिंग। ठीक है, फॉरवर्ड ਦੇ ਵਿੱਚ ਕੰਡਕਟ ਕਰੂਗਾ, ਰਿਵਰਸ ਦੇ ਵਿੱਚ ਕੰਡਕਟ ਨਹੀਂ ਕਰੂਗਾ। ਤਾਂ ਜੋ ਆਪਾਂ ਨੇ ਫॉरवर्ड ਚ ਡਿਸਕਸ ਕੀਤਾ ਆਪਾਂ ਨੇ ਸਾਰਾ ਕੁਝ ਇਸਦਾ ਅਪੋਜ਼ ਕਰਨਾ ਪਊਗਾ, ਆਪੋਜ਼ਿਟ ਲਿਖਣਾ ਪਊਗਾ। ਠੀਕ ਹੈ, ਤਾਂ ਨੋਟ ਕਰ ਲਓ ਪਹਿਲਾਂ ਤਾਂ ਇਹ ਜਿਹੜਾ ਥਿਊਰੀ ਹੈਗੀ ਇਹਨੇ ਮੈਂ ਡਾਇਗਰਾਮ ਚ ਚੇਂजेस ਕਰ ਲੈਣਾ ਜੋ ਕਰਨੇ ਚੇਂजेस ਵਗੈਰਾ। ਤਾਂ ਡਾਇਗਰਾਮ ਚ ਕੀ ਚੇਂजेस ਹੋਣੇ ਨੇ, ਡਾਇਗਰਾਮ ਚ ਚੇਂਜ ਹੋਣੇ ਪੋਜ਼ਿਟਿਵ ਨੈਗੇਟਿਵ ਟਰਮੀਨਲ ਦੇ। ਡਾਇਗਰਾਮ ਚ ਕੀ ਹੋਊਗਾ ਕਿ ਆਪਾਂ P ਸਾਈਡ ਨੂੰ ਨੈਗੇਟਿਵ ਟਰਮ ਨਾਲ ਅਟੈਚ ਕਰ ਦਾਂਗੇ, N ਸਾਈਡ ਨੂੰ ਪੋਜ਼ਿਟਿਵ ਨਾਲ ਅਟੈਚ ਕਰਾਂਗੇ, ਤਾਂ ਪੁੱਠਾ ਚੱਲੂਗਾ। ਹੁਣ ਜਦ ਪੁੱਠਾ ਚੱਲੂਗਾ ਆਟੋਮੈਟਿਕਲੀ ਡਿਪਲੀਸ਼ਨ ਲੇਅਰ ਕੀ ਹੋ ਜੂਗੀ, ਸਾਈਜ਼ ਵੱਡਾ ਹੋ ਜੂਗਾ। ਜਦ ਡਿਪਲੀਸ਼ਨ ਲੇਅਰ ਦਾ ਸਾਈਜ਼ ਵੱਡਾ ਹੋ ਜੂਗਾ ਤਾਂ ਉਹਦੀ ਰੁਕਾਵਟ ਹੋਰ ਵਧੂਗੀ, ਘਟੂਗੀ ਨਹੀਂ। ਡਿਪਲੀਸ਼ਨ ਲੇਅਰ ਨੂੰ ਜੇ ਆਪਾਂ ਖਤਮ ਕਰ ਦਿੰਦੇ ਹਾਂ ਫਿਰ ਤਾਂ ਕੀ ਹੁੰਦਾ, ਕਰੰਟ ਫਲੋ ਕਰਦਾ। ਡਿਪਲੀਸ਼ਨ ਲੇਅਰ ਦਾ ਸਾਈਜ਼ ਵੱਡਾ ਕਰ ਦਿੰਦੇ ਹਾਂ ਤਾਂ ਕਰੰਟ ਫਲੋ ਨਹੀਂ ਕਰੂਗਾ। ਠੀਕ ਹੈ, ਇੱਥੇ ਆਪਾਂ ਪੋਜ਼ਿਟਿਵ ਲਾਤਾ, ਇੱਥੇ ਨੈਗੇਟਿਵ ਲਾਤਾ, ਦਿਸ ਇਜ਼ ਪੋਜ਼ਿਟਿਵ ਟਰਮੀਨਲ, ਦਿਸ ਇਜ਼ ਨੈਗੇਟਿਵ ਟਰਮੀਨਲ। ਤਾਂ ਜੋ ਆਪਾਂ ਨੇ ਪਹਿਲਾਂ ਡਿਸਕਸ ਕੀਤਾ ਸੀ ਉਹਦੇ ਬਿਲਕੁਲ ਆਪੋਜ਼ਿਟ ਚੱਲਿਆ। ਤੇ ਹੈਡਿੰਗ ਵੀ ਕੀ ਆ ਜੂਗੀ ਆਪਣੇ ਕੋਲ, ਹੈਡਿੰਗ ਵੁੱਡ ਗਈ ਰਿਵਰਸ ਬਾਇਸ। ਜੇ ਨਹੀਂ ਨੋਟ ਹੋਇਆ ਪਿਛਲਾ ਤਾਂ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਲਓ, 5 ਜਾਂ 10 ਮਿੰਟ ਦਾ ਆਰਟੀਕਲ ਰਹਿ ਗਿਆ ਜਸਟ ਇਹਦੇ ਚ ਕੀ ਕਰਨਾ ਆਪਾਂ ਨੇ, ਆਪੋਜ਼ਿਟ ਕਰਨਾ ਜੋ ਜੋ ਆਪਾਂ ਨੇ ਪਹਿਲਾਂ ਕੀਤਾ ਸੀਗਾ। ਠੀਕ ਹੈ, ਪਹਿਲੇ ਸਟੈਪ 'ਚ ਜਿਹੜੀ ਐਕਸਟਰਨਲ ਬੈਟਰੀ ਸੀ ਉਹ ਕੀ ਕਰ ਰਹੀ ਸੀਗੀ, ਉਹ ਅਪੋਜ਼ ਕਰ ਰਿਹਾ ਸੀ ਪੋਟੈਂਸ਼ੀਅਲ ਬੈਰੀਅਰ ਨੂੰ। ਇਸ ਕੇਸ 'ਚ ਕੀ ਹੋ ਜਾਊਗਾ, ਜਿਹੜੀ ਐਕਸਟਰਨਲ ਬੈਟਰੀ ਹੈ ਉਹ ਕੀ ਕਰੂ, ਹੈਲਪ ਕਰੂ ਪੋਟੈਂਸ਼ੀਅਲ ਬੈਰੀਅਰ ਨੂੰ, ਤੇ ਇਸ ਪੋਟੈਂਸ਼ੀਅਲ ਬੈਰੀਅਰ ਦਾ ਸਾਈਜ਼ ਵੱਡਾ ਹੋ ਜਾਊਗਾ। ਡਾਇਗਰਾਮ ਆਹੀ ਡਰੋ ਹੋਊਗੀ। ਠੀਕ ਹੈ, ਚੇਂजेस ਕਰਤੇ, ਬੈਟਰੀ ਦੇ ਚੇਂਜ ਕਰਨੇ ਸੀ, ਹੋਰ ਕੁਝ ਨਹੀਂ ਚੇਂਜ ਕਰਨਾ ਸੀਗਾ। वर्डिंग ਇਹਦੀ ਸਿੰਪਲ ਚੱਲਣੀ ਹੈ, ਬਸ ਕੁਝ ਖਾਸ ਨਹੀਂ ਇਸ ਚ। ਠੀਕ ਹੈ, ਪੁਆਇੰਟਸ ਬਣਾ ਕੇ ਚੱਲਾਂਗੇ। ਪੁਆਇੰਟਸ ਦੇ ਵਿੱਚ ਵੀ ਕੀ ਆ ਜਾਊਗਾ ਆਪਣੇ ਕੋਲ, ਫਸਟ ਪੁਆਇੰਟ ਕੀ ਆ ਜਾਊਗਾ, ਸੇਮ ਹੇਅਰ P side is connected to, here P side is connected to negative terminal and N side is connected to positive terminal, is connected to positive terminal of external battery। ठीक है, चाहे वीडियो ਨੂੰ पॉज करके दोबारा डायग्राम ड्रॉ करो, बट डायग्राम ड्रॉ करनी पऊगी सारी की सारी। ठीक है, तो इस ਆਪਾਂ ਨੇ P ਸਾਈਡ ਨੂੰ ਨੈਗੇਟਿਵ ਨਾਲ ਅਟੈਚ ਕਰਤਾ, N ਸਾਈਡ ਨੂੰ ਪੋਜ਼ਿਟਿਵ ਨਾਲ ਅਟੈਚ ਕਰਤਾ। ਠੀਕ ਹੈ, ਹੁਣ ਇਹਦੇ ਵਿੱਚ ਆਪਣੇ ਕੋਲ ਕੀ ਹੋ ਜਾਂਦਾ, ਮੈਜੋਰਿਟੀ ਚਾਰਜ ਕੈਰੀਅਰਸ ਕੀ ਕਰਨਗੇ, ਰਿਪੈਲ ਹੋਣਗੇ। ਧਿਆਨ ਨਾਲ ਦੇਖੋ, ਨੈਗੇਟਿਵ ਟਰਮੀਨਲ ਹੈ, P ਸਾਈਡ ਤੇ ਜਿਹੜੇ ਮੈਜੋਰਿਟੀ ਚਾਰਜ ਕੈਰੀਅਰਸ ਨੇ ਉਹ ਕਿਹੜੇ ਨੇ, ਹੋਲਸ। ਤਾਂ ਹੋਲਸ ਕੀ ਹੋਣਗੇ, ਅਟਰੈਕਟ ਹੋਣਗੇ। ਤਾਂ P ਸਾਈਡ ਤੇ ਹੋਲਸ ਕੀ ਹੋਣਗੇ, ਅਟਰੈਕਟ ਹੋਣਗੇ ਟੂਵਰਡਸ ਦ ਜੰਕਸ਼ਨ। ਤਾਂ ਇਹ ਕੀ ਹੋਊਗਾ, ਅਟਰੈਕਟ ਹੋ ਗਏ ਟੂਵਰਡਸ ਦ ਬੈਟਰੀ। ਜਿਹੜੇ N ਸਾਈਡ ਤੇ ਨੈਗੇਟਿਵ ਇਲੈਕਟ੍ਰੋਨਸ ਨੇ ਉਹ ਐਕਸਟਰਨਲ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਵੱਲ ਅਟਰੈਕਟ ਹੋਣਗੇ। ਤਾਂ ਹੋ ਕੀ ਰਿਹਾ ਕਿ ਮੈਜੋਰਿਟੀ ਚਾਰਜ ਕੈਰੀਅਰਸ ਅਵੇ ਫਰੋਮ ਦ ਜੰਕਸ਼ਨ ਅਟਰੈਕਟ ਹੋ ਰਹੇ ਨੇ। ਠੀਕ ਹੈ, ਤੇ ਇਸ ਕੀ ਹੋਊਗਾ, ਹੇਅਰ in P side majority charge carriers, that is holes, are attracted, पहला रिपेल हो रही थी, attracted by negative terminal of external battery। ਤਾਂ ਇਹ ਹੋਲਸ ਨੂੰ ਅਟਰੈਕਟ ਕਰ ਰਿਹਾ ਨੈਗੇਟਿਵ ਟਰਮੀਨਲ, ਐਂਡ in N side majority charge carriers, ਕਿਹੜੇ ਨੇ carriers, that is electrons, are attracted by positive terminal, by positive terminal of external battery। ਤੇ ਐਕਸਟਰਨਲ ਬੈਟਰੀ ਕੀ ਕਰ ਰਹੀ ਹੈ, ਇਹਨਾਂ ਦੇ ਮੈਜੋਰਿਟੀ ਚਾਰਜ ਕੈਰੀਅਰਸ ਨੂੰ ਆਪਣੇ ਕੰਨੀ ਖਿੱਚ ਰਹੀ ਹੈ, that is ਜਿਹੜੇ ਇਹਦੇ
मेजोरिटी चार्ज कैरियर्स ने वो मूव अवे फ्रॉम द जंक्शन हो रहे हैं। मेजोरिटी चार्ज कैरियर्स आर मूविंग अवे फ्रॉम द जंक्शन। आर मूविंग अवे फ्रॉम द जंक्शन। ਜਿਹੜੇ ਚਾਰਜ ਕੈਰੀਅਰਸ ਨੇ ਉਹ ਅਵੇ ਮੂਵ ਕਰ ਰਹੇ ਨੇ। ਐਜ਼ ਅ ਰਿਜ਼ਲਟ ਸਾਈਜ਼ ਆਫ ਡਿਪਲੀਸ਼ਨ ਲੇਅਰ ਇਨਕਰੀਜ਼es। ਠੀਕ ਹੈ, ਕੀ ਹੋ ਰਿਹਾ? ਐਜ਼ ਅ ਰਿਜ਼ਲਟ ਸਾਈਜ਼ ਆਫ ਡਿਪਲੀਸ਼ਨ ਲੇਅਰ ਇਨਕਰੀਜ਼es। ਹੁਣ ਜਦ ਸਾਈਜ਼ ਡਿਪਲੀਸ਼ਨ ਲੇਅਰ ਦਾ ਇਨਕਰੀਜ਼ ਕਰ ਰਿਹਾ, ਧਿਆਨ ਨਾਲ ਸਮਝੋ, ਜਦ ਸਾਈਜ਼ ਡਿਪਲੀਸ਼ਨ ਲੇਅਰ ਦਾ ਇਨਕਰੀਜ਼ ਕਰ ਰਿਹਾ ਤਾਂ ਉਹਦੀ ਜਿਹੜੀ ਰੈਜ਼ਿਸਟੈਂਸ ਹੈ, ਜਿਹੜੀ ਉਸਦੀ ਆਬਸਟਰਕਸ਼ਨ ਹੈ ਕਿ ਇਲੈਕਟ੍ਰੋਨ ਨੂੰ ਫਲੋ ਹੋਣ ਨਹੀਂ ਦੇ ਰਹੀ, ਉਹ ਵੀ ਤਾਂ ਵੱਧ ਰਿਹਾ ਹੈ। ਠੀਕ ਹੈ, ਤਾਂ ਉਹ ਕੀ ਹੋ ਰਿਹਾ? ਇਨਕਰੀਜ਼ ਹੋ ਰਿਹਾ। ਤਾਂ ਆਪਣੇ ਕੋਲ ਮੈਜੋਰਿਟੀ ਚਾਰਜ ਕੈਰੀਅਰਸ ਕੀ ਕਰ ਰਹੇ ਨੇ? ਅਪੋਜ਼ ਕਰ ਰਹੇ ਨੇ, ਉਹ ਡਿਪਲੀਸ਼ਨ ਲੇਅਰ ਦਾ ਸਾਈਜ਼ ਬੜਾ ਹੋ ਰਿਹਾ। ਠੀਕ ਹੈ, ਸੋ एक्सटर्नल बैटरी की कर रही है? वो पोटेंशियल बैरियर ਨੂੰ ਇਨਕਰੀਜ਼ ਕਰ ਰਹੀ ਹੈ। ਸੋ एक्सटर्नल थर्ड पॉइंट बना लो चाहे, बैटरी helps the potential barrier। the potential barrier ਨੂੰ help ਕਰ ਰਿਹਾ with by attracting the majority charge carriers। ਠੀਕ ਹੈ, ਤਾਂ majority charge carriers ਕੀ ਕਰ ਰਹੇ ਨੇ? ਇੱਕ ਦੂਜੇ ਤੋਂ ਦੂਰ ਜਾ ਰਹੇ ਨੇ। majority charge carriers ਕੀ ਕਰ ਰਹੇ ਨੇ? ਜੰਕਸ਼ਨ ਤੋਂ ਦੂਰ ਜਾ ਰਹੇ ਨੇ, ਜਿਸ ਨਾਲ ਉਹ ਸਾਈਜ਼ ਇਨਕਰੀਜ਼ ਕਰੀ ਜਾਂਦਾ ਹੈ। ਹੁਣ ਇਸ ਕੇਸ ਦੇ ਵਿੱਚ ਤਾਂ ਹੀ ਕਰੰਟ, ਸੋ ਨੋ ਕਰੰਟ, ਸੋ ਨੋ ਮੇਜੋਰਿਟੀ ਕਰੰਟ flows in this case। ਤਾਂ ਮੇਜੋਰਿਟੀ ਚਾਰਜ ਕੈਰੀਅਰਸ ਦੇ ਕਾਰਨ ਕੋਈ ਕਰੰਟ ਫਲੋ ਨਹੀਂ ਕਰਦਾ। ਬਟ ਤੇ ਆਪਣੇ ਕੋਲ ਫੋਰਥ ਪੁਆਇੰਟ ਆ ਜਾਂਦਾ ਹੈ, ਬਟ ਮਿਨੋਰਿਟੀ ਚਾਰਜ ਕੈਰੀਅਰਸ। ਹੁਣ ਜੇ ਮੇਜੋਰਿਟੀ ਚਾਰਜ ਕੈਰੀਅਰਸ ਜੰਕਸ਼ਨ ਤੋਂ ਦੂਰ ਜਾਣਗੇ ਤਾਂ ਮਿਨੋਰਿਟੀ ਅਪੋਜ਼ ਕਰਨਗੇ। ਪੀ ਸਾਈਡ ਤੇ ਆਪਣੇ ਕੋਲ ਮਿਨੋਰਿਟੀ ਚਾਰਜ ਕੈਰੀਅਰਸ ਕਿਹੜੇ ਹੁੰਦੇ ਨੇ? ਇਲੈਕਟ੍ਰੋਨਸ ਹੋਣਗੇ, ਤੇ ਐਨ ਸਾਈਡ ਤੇ ਕਿਹੜੇ ਹੋ ਜਾਣਗੇ? ਹੋਲਸ ਹੋ ਜਾਣਗੇ। ਠੀਕ ਹੈ, ਆਪਾਂ ਨੇ ਉਸ ਵਾਲੇ ਫੋਰਵਰਡ ਬਾਇਸਿੰਗ ਚ ਮਿਨੋਰਿਟੀ ਦੀ ਗੱਲ ਨਹੀਂ ਕੀਤੀ, ਕਨਫਿਊਜ਼ ਹੋ ਜਾਓਗੇ, ਬਟ ਇਸ ਦੇ ਵਿੱਚ ਕਰਨੀ ਪੈਣੀ ਹੈ ਕਿਉਂਕਿ ਇਸ ਚ ਕਰੰਟ ਫਲੋ ਨਹੀਂ ਕਰ ਰਹੇ। ਮਿਨੋਰਿਟੀ ਚਾਰਜ ਕੈਰੀਅਰਸ crosses the junction। ਜੇ ਮਿਨੋਰਿਟੀ ਚਾਰਜ ਕੈਰੀਅਰ ਜੰਕਸ਼ਨ ਕ੍ਰਾਸ ਕਰਨਗੇ, ਠੀਕ ਹੈ, ਜੰਕਸ਼ਨ ਹੈਂਸ a small drift current flows। ਤਾਂ ਧਿਆਨ ਰੱਖਿਓ ਕਿ ਜਿਹੜਾ ਮੇਜੋਰਿਟੀ ਵਾਲਾ ਹੁੰਦਾ ਉਸ ਨੂੰ ਡਿਫਿਊਜ਼ਨ ਕਹਿੰਦੇ ਆ, ਜੋ ਮਿਨੋਰਿਟੀ ਵਾਲਾ ਉਸ ਨੂੰ ਡ੍ਰਿਫਟ ਕਰੰਟ ਕਹਾਂਗੇ। ਡ੍ਰਿਫਟ ਕਰੰਟ flows but it is negligible। ਤਾਂ ਇਸ ਨੂੰ ਆਪਾਂ ਲੀਕੇਜ ਕਰੰਟ ਟਾਈਪ ਵੀ ਕਹਿ ਸਕਦੇ ਆ, ਬਟ ਉਸਦੀ ਵੈਲਿਊ ਕਿਉਂਕਿ ਨਿਊਮੈਰੀਕਲੀ ਨੈਗਲੀਜੀਬਲ ਹੋਗੀ। ਇੱਥੇ ਕੀ ਕਰ ਰਿਹਾ? ਪੋਟੈਂਸ਼ੀਅਲ ਬੈਰੀਅਰ ਨੂੰ ਇਨਕਰੀਜ਼ ਕਰ ਰਹੀ ਹੈ ਐਕਸਟਰਨਲ ਬੈਟਰੀ, ਜਿਸ ਕਾਰਨ ਆਪਣੇ ਕੋਲ ਕਰੰਟ ਫਲੋ ਨਹੀਂ ਕਰ ਰਿਹਾ। ਲਾਸਟ ਤੇ ਲਾਈਨ ਮਿਲੂਗੀ ਆਪਣੇ ਕੋਲ, ਬਣੂਗੀ ਲਾਸਟ ਲਾਈਨ ਬਣਦੀ ਹੈ ਦੀ here external battery increases the potential barrier hence no current flows in this case। ਕਿਉਂਕਿ ਜਿਹੜੀ ਐਕਸਟਰਨਲ ਬੈਟਰੀ ਆ ਉਹ ਪੋਟੈਂਸ਼ੀਅਲ ਬੈਰੀਅਰ ਨੂੰ ਖਤਮ ਨਹੀਂ ਕਰ ਰਹੀ, ਸਗੋਂ ਉਸਨੂੰ ਵਧਾ ਰਹੀ ਹੈ। ਵਧਾਉਣ ਨਾਲ ਕੀ ਹੋਊਗਾ ਕਿ ਉਹ ਪੋਟੈਂਸ਼ੀਅਲ ਬੈਰੀਅਰ ਹੈ ਕਿ ਇਹ ਕੀ ਇੱਕ ਟਾਈਪ ਦੀ ਰੁਕਾਵਟ ਹੈ ਕਿ ਇਲੈਕਟ੍ਰੋਨਸ ਨੂੰ ਕੈਰੀਅਰਸ ਨੂੰ ਫਲੋ ਨਹੀਂ ਹੋਣ ਦੇਣਾ। ਜੇ ਉਹ ਪੋਟੈਂਸ਼ੀਅਲ ਬੈਰੀਅਰ ਨੂੰ ਇਨਕਰੀਜ਼ ਕਰ ਦੋ ਐਕਸਟਰਨਲ ਬੈਟਰੀ, ਤਾਂ ਉਸ ਦੇ ਕੈਰੀਅਰਸ ਫਿਰ ਫਲੋ ਨਹੀਂ ਕਰਨਗੇ। ਫਲੋ ਨਹੀਂ ਕਰਨਗੇ ਤਾਂ ਕੀ ਚੱਕਰ ਪੈ ਜਾਊ ਆਪਣੇ ਕੋਲ? ਕੰਡਕਟ ਨਹੀਂ ਕਰੂਗਾ ਤਾਂ ਇਟ ਵਿਲ ਬਿਹੇਵ ਲਾਈਕ ਅ ਇਨਸੂਲੇਟਰ। ਠੀਕ ਹੈ, ਸਿੰਪਲ ਹੈ, ਔਖੀ ਔਖੀ ਵਰਡਿੰਗ ਨਹੀਂ ਹੈ। ਫੋਰਵਰਡ ਦੇ ਵਿੱਚ ਕੀ ਹੁੰਦਾ? ਆਪਾਂ ਪੀ ਸਾਈਡ ਨੂੰ ਪੋਜ਼ਿਟਿਵ ਨਾਲ ਅਟੈਚ ਕਰਦੇ ਆ, ਐਨ ਸਾਈਡ ਨੂੰ ਨੈਗੇਟਿਵ ਨਾਲ ਅਟੈਚ ਕਰਦੇ ਆ, ਤਾਂ ਉਹ ਕੰਡਕਟ ਕਰਦਾ ਹੈ। ਤੇ ਜਿਹੜਾ ਰਿਵਰਸ ਬਾਇਸਿੰਗ ਹੁੰਦੀ ਹੈ ਉਸ ਚ ਆਪਾਂ ਪੁੱਠਾ ਕਰ ਦਿੰਦੇ ਆ, ਪੀ ਨੂੰ ਨੈਗੇਟਿਵ ਨਾਲ ਅਟੈਚ ਕਰਦੇ ਆ ਟਰਮੀਨਲ ਨਾਲ, ਐਨ ਨੂੰ ਪੋਜ਼ਿਟਿਵ ਨਾਲ ਅਟੈਚ ਕਰਦੇ ਆ, ਤੇ ਉਹ ਕੰਡਕਟ ਨਹੀਂ ਕਰਦਾ। ਸਿੰਪਲ। ਤੇ ਹੁਣ ਪੌਜ਼ ਕਰਕੇ ਨੋਟ ਕਰ ਲਓ ਬੱਚੇ। ਤੇ ਅੱਜ ਇਹ ਵਾਲਾ ਕੰਪਲੀਟ ਹੋ ਗਿਆ, ਅੱਜ ਵਾਲੀ ਕਲਾਸ ਦਾ।